ਆ ਜਿਹੜੀ ਤੁਹਾਨੂੰ ਝੋਨਾ ਜਾਂ ਜੀਰੀ ਖੜੀ ਹੋਈ ਨਜ਼ਰ ਆ ਰਹੀ ਹੈ, ਕੰਧ ਵਾਂਗ ਖੜੀ ਹੈ, ਸਪਾਟ ਬਹੁਤ ਵਧੀਆ ਫਸਲ ਖੜੀ ਹੋਈ ਨਜ਼ਰ ਆ ਰਹੀ ਹੈ। ਇਹ ਉਹ ਬੀਜ ਹੈ 1 ਕਿੱਲੇ ਦੇ ਵਿੱਚ ਪਾਇਆ ਹੋਇਆ ਪਿੰਡ ਬਸੰਤਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜਿਹੜਾ ਇਸ ਜ਼ਮੀਂਦਾਰ ਨੇ ਆਪਣੇ ਖੇਤ ਦੇ ਵਿੱਚੋਂ ਬੀਜ ਆਪ ਬਚਾ ਕੇ ਰੱਖਿਆ ਸੀ। ਕੈਮਰੇ ਦੇ ਖੱਬੇ ਹੱਥ ਉਹ ਬੀਜ ਜਿਹੜਾ ਘਰ ਦਾ ਬੀਜ ਆਪਣਾ ਬਣਾਇਆ ਹੋਇਆ ਇਹਨਾਂ ਨੇ ਜਾਂ ਆਪ ਸੰਭਾਲ ਕੇ ਰੱਖਿਆ ਹੋਇਆ, ਬਹੁਤ ਵਧੀਆ ਫਸਲ ਖੜੀ। ਇਸ ਤੋਂ ਅੱਗੇ ਜਿਹੜਾ ਥੈਲੀ ਵਾਲਾ ਯੂਨੀਵਰਸਿਟੀ ਦਾ ਰਿਕਮੈਂਡਡ ਬੀਜ ਮਹਿੰਗੇ ਭਾਅ ਲੈ ਕੇ ਜਿਹੜਾ ਜ਼ਮੀਂਦਾਰ ਨੇ ਬੀਜਿਆ, ਆ ਇੱਥੇ ਵੇਖ ਲਓ, ਤੁਹਾਨੂੰ ਪੰਜਾਬੀ ਦਾ ਸ਼ਬਦ ਹੈ ਕਿ ਦੈੜੀਆਂ ਪਈਆਂ ਹੋਈਆਂ ਨਜ਼ਰ ਆ ਜਾਣਗੀਆਂ। ਤੇ ਆ ਜਿਹੜੇ ਨਕਲੀ ਬੀਜ ਯੂਨੀਵਰਸਿਟੀਆਂ ਜਾਂ ਵਿਭਾਗ ਦੇ ਦਿੰਦੇ ਆ, ਉਹਨਾਂ ਵਾਸਤੇ ਵਿਆਜੂ ਚੱਕਦੇ ਆ ਤੇ ਮੁੜ ਕੇ ਫਿਰ ਵਿਆਜ ਦੀਆਂ ਸਿਫਰਾਂ, ਵਿਆਜ ਦੀਆਂ ਜ਼ੀਰੋਆਂ ਇੰਨੀਆਂ ਵੱਧਦੀਆਂ ਨੇ ਕਿ ਉਹ ਤਾਰਦਾ ਜਾਂ ਤਾਂ ਜੱਟ ਬੁੱਢਾ ਹੋ ਜਾਂਦਾ ਜਾਂ ਫਿਰ ਆਤਮ ਹੱਤਿਆ ਕਰਦਾ, ਸੁਸਾਈਡ ਕਰਦਾ। ਆ ਵੇਖੋ ਤੁਸੀਂ, ਝੋਨੇ ਦੇ ਵਿੱਚ ਇੱਕ ਨਵੀਂ ਕੋਈ ਬੂਟੀ ਇੱਕ ਪੈਦਾ ਹੋਈ ਹੈ, ਹੋੜੀ ਕਿਸਮ ਦੇ ਫੁੱਲ ਜੇ ਨੇ ਇਹ, ਤੇ ਇਹ ਨਦੀਨ ਹੈ ਕੁੱਲ ਮਿਲਾ ਕੇ, ਜਿਹਨੂੰ ਆਪਾਂ ਨਦੀਨ ਕਹਿੰਦੇ ਆ। ਇਹ ਨਦੀਨ ਆ, ਪਰ ਇਹਨੇ ਆਪਣੀ ਗਰੋਥ ਬਣਾਉਣ ਵਾਸਤੇ ਇਸ ਨੇ ਝੋਨੇ ਨੂੰ ਖਰਾਬ ਕਰਤਾ, ਇਹਨੇ ਦੂਜੇ ਬੂਟਿਆਂ ਨੂੰ ਖਰਾਬ ਕਰਤਾ। ਸਪਰੇਹਾਂ ਕਰਨ ਦੇ ਬਾਵਜੂਦ, ਦਵਾਈਆਂ ਪਾਉਣ ਦੇ ਬਾਵਜੂਦ ਵੀ ਇਹ ਜਿਹੜੀ ਬੂਟੀ ਹੈ ਇਹ ਇੱਥੋਂ ਖਤਮ ਨਹੀਂ ਹੋ ਰਹੀ। ਇਹ ਵਾਇਰਸ ਆ ਗਿਆ ਜੀ, ਇਹ ਚਾਈਨਾ ਦਾ ਵਾਇਰਸ ਹੈ। ਉਹ ਇੱਕੇ ਗੱਲ ਕਹਿ ਕੇ ਸਾਡਾ ਪੱਲਾ ਝਾੜ ਗਿਆ। ਇਹਦਾ ਹੱਲ ਕੀ? ਉਹਨਾਂ ਨੇ ਕੋਈ ਇਲਾਜ ਨਹੀਂ ਦੱਸਿਆ ਇਹਦਾ? ਠੀਕ ਹੈ, ਇਹਦਾ ਪਾਣੀ ਸੁਕਾਇਆ ਜੀ, ਸਪਰੇਹਾਂ ਜਿੰਨੀਆਂ ਅਸੀਂ ਕਰ ਰਹੇ ਹਾਂ, ਜਿੰਨੀਆਂ ਉਹਦੇ ਜ਼ਿਆਦਾ ਨੁਕਸਾਨ ਹੋ ਰਿਹਾ ਸਾਡਾ। ਸਰਕਾਰਾਂ ਥਾਣੀ ਗਏ ਹਾਂ ਜੀ ਅਸੀਂ, ਸਰਕਾਰ ਕੋਈ ਨਹੀਂ ਸਾਡੀ ਪੱਲਾ ਫੜਦੀ ਹੈਗੀ। ਅਸੀਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਖੇਤੀਬਾੜੀ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਇਹ ਸੁਣੀ ਜਾਵੇ, ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਭਰਿਆ ਜਾਵੇ। ਨਹੀਂ ਸਾਡਾ ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਹੈ। ਸਾਨੂੰ ਆੜ੍ਹਤੀਆਂ ਦੇ ਵੀ ਤੰਗ ਹੋਏ ਪਏ, ਅਸੀਂ ਬੈਂਕਾਂ ਦੇ ਵੀ ਤੰਗ ਹੋਏ ਪਏ, ਅਸੀਂ ਕਰਜ਼ੇ ਦੇ ਵਿੱਚ ਡੁੱਬੇ ਹੋਏ ਹਾਂ। ਨਹੀਂ ਸਾਨੂੰ ਤਾਂ ਗਲ ਫੜਾ ਲੈਣਾ ਪੈਣਾ, ਨਹੀਂ ਖੁਦਕੁਸ਼ੀਆਂ ਕਰਕੇ ਦਵਾਈ ਪੀਣੀ ਪੈਣੀ। ਆ ਅਸੀਂ ਖੇਤਾਂ ਦੇ ਵਿੱਚ ਫਿਰੀ ਜਾਂਦੇ ਆ, ਫਸਲਾਂ ਆ ਖੜੀਆਂ ਨੇ। ਬਾਈ ਕਿੰਨਾ ਕੁ ਔਖਾ ਜ਼ਿਮੀਂਦਾਰ ਬਹੁਤ ਔਖਾ, ਬੇਜਾਏ ਔਖਾ ਜ਼ਿਮੀਂਦਾਰ। ਜਿੰਨਾ ਤੁਸੀਂ ਕਹਿ ਦਿਓ ਓਨਾ ਔਖਾ ਜ਼ਿਮੀਂਦਾਰ। ਕੋਈ ਫਸਲ ਦਾ ਹਾਲ ਹੈਗਾ? ਕੋਈ ਹਾਲ ਨਹੀਂ ਫਸਲ ਦਾ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਦੇ ਨਾਲ ਜੱਟ ਦੀ ਜੂਨ ਬੁਰੀ ਇਸ ਤਰਤੀਬ ਦਾ ਭਾਗ ਦੂਸਰਾ ਤੁਹਾਡੇ ਸਾਹਮਣੇ ਰੱਖਣ ਲੱਗੇ ਹਾਂ। ਜੱਟ ਦੀ ਜੂਨ ਬੁਰੀ ਕਿਉਂ? ਕਦੇ ਤਾਂ ਡੋਬਾ ਮਾਰ ਜਾਂਦਾ, ਕਦੇ ਸੋਕਾ ਮਾਰ ਜਾਂਦਾ, ਮੀਂਹ ਵੱਧ ਪੈ ਜੇ ਤਾਂ ਜੱਟ ਔਖਾ, ਮੀਂਹ ਨਾ ਪਵੇ ਤਾਂ ਜੱਟ ਔਖਾ, ਫਸਲ ਦੇ ਵਿੱਚ ਦਵਾਈਆਂ ਪਾਵੇ ਤਾਂ ਜੱਟ ਔਖਾ, ਦਵਾਈਆਂ ਨਾ ਪਾਵੇ ਤਾਂ ਔਖਾ। ਇੱਕ ਨਾ ਪੁਰਾਣੀ ਰਵਾਇਤ ਹੁੰਦੀ ਸੀ ਸਾਡੇ, ਅੱਜ ਤੋਂ 20 ਸਾਲ ਪਹਿਲਾਂ ਤੱਕ ਇਹ ਰਵਾਇਤ ਰਹੀ ਆ, ਹੁਣੇ ਗਾਇਬ ਹੋਈ ਹੈ। ਹਰ ਸਾਲ ਜਦੋਂ ਵੀ ਅਸੀਂ ਜਿਹੜੀ ਫਸਲ ਲੈਂਦੇ ਸੀ, ਉਸ ਫਸਲ ਦੇ ਵਿੱਚੋਂ ਤੰਦਰੁਸਤ ਬੀਜ ਜ਼ਿਮੀਂਦਾਰ ਆਪ ਆਪਣੇ ਘਰੇ ਸੰਭਾਲ ਕੇ ਰੱਖਦਾ ਸੀ ਤਾਂ ਜੋ ਉਹੀ ਬੀਜ ਅਗਲੀ ਫਸਲ ਦੇ ਲਈ ਕੰਮ ਆਵੇ। ਪਰੰਤੂ ਹਰੇ ਇਨਕਲਾਬ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਜਿਹੜੀ ਤਰੱਕੀ ਲਿਆਂਦੀ ਗਈ, ਜਿਹੜੀਆਂ ਰੇਹਾਂ, ਸਪਰੇਹਾਂ, ਦਵਾਈਆਂ, ਯੂਰੀਏ, ਖਾਦਾਂ, ਡਾਈ, ਜਿਹੜਾ ਕੁਛ ਪੋਟਾਸ਼, ਜਿਹੜਾ ਕੁਛ ਪੰਜਾਬ ਦੀ ਧਰਤੀ ਦੇ ਵਿੱਚ ਪਾਇਆ ਗਿਆ ਹਰੇ ਇਨਕਲਾਬ ਦੇ ਨਾਂ ਦੇ ਉੱਤੇ, ਉਸ ਨੇ ਪੰਜਾਬ ਦੇ ਜ਼ਿਮੀਂਦਾਰ ਨੂੰ ਗਲ ਤੱਕ ਕਰਜ਼ੇ ਦੇ ਵਿੱਚ ਡੁਬੋਇਆ। ਹਰੇ ਇਨਕਲਾਬ ਦੇ ਨਾਂ ਦੇ ਉੱਤੇ ਯੂਨੀਵਰਸਿਟੀਆਂ ਦੇ ਖੋਜ ਕੇਂਦਰਾਂ ਦੇ ਵਿੱਚੋਂ ਆਉਣ ਵਾਲੇ ਬੀਜ ਅਤੇ ਦਵਾਈਆਂ ਕਰਕੇ ਪੰਜਾਬ ਦੀ ਕਿਰਸਾਨੀ ਮਰਨ ਕੰਢੇ ਪਹੁੰਚ ਗਈ ਹੈ। ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇਣ ਲੱਗਿਆਂ, ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ, ਵੱਖ-ਵੱਖ ਪਿੰਡਾਂ 'ਚੋਂ ਇਹ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਕਣਕ ਖਰਾਬ ਹੋਈ, ਐਤਕੀ ਝੋਨਾ ਖਰਾਬ ਹੋਇਆ। ਝੋਨਾ ਖਰਾਬ ਹੋਣ ਦਾ ਮੁੱਖ ਕਾਰਨ ਯੂਨੀਵਰਸਿਟੀ ਵੱਲੋਂ ਰਿਕਮੈਂਡਡ ਥੈਲੀ ਵਾਲੇ ਬੀਜ ਲੈਣ ਦੇ ਬਾਵਜੂਦ ਪੰਜਾਬ ਦੇ ਕਿਸਾਨਾਂ ਦਾ ਝੋਨਾ ਜਿਹੜਾ ਉਹ ਲਗਾਤਾਰ ਖਰਾਬ ਹੋ ਰਿਹਾ। ਛੋਟੀ ਜਿਹੀ ਉਦਾਹਰਨ ਕੈਮਰੇ ਦੀ ਨਜ਼ਰ ਨਾਲ ਵੇਖ ਲਿਓ। ਆ ਜਿਹੜੀ ਤੁਹਾਨੂੰ ਝੋਨਾ ਜਾਂ ਜੀਰੀ ਖੜੀ ਹੋਈ ਨਜ਼ਰ ਆ ਰਹੀ ਹੈ, ਕੰਧ ਵਾਂਗ ਖੜੀ ਹੈ, ਸਪਾਟ ਬਹੁਤ ਵਧੀਆ ਫਸਲ ਖੜੀ ਹੋਈ ਨਜ਼ਰ ਆ ਰਹੀ ਹੈ। ਇਹ ਉਹ ਬੀਜ ਹੈ 1 ਕਿੱਲੇ ਦੇ ਵਿੱਚ ਪਾਇਆ ਹੋਇਆ ਪਿੰਡ ਬਸੰਤਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜਿਹੜਾ ਇਸ ਜ਼ਮੀਂਦਾਰ ਨੇ ਆਪਣੇ ਖੇਤ ਦੇ ਵਿੱਚੋਂ ਬੀਜ ਆਪ ਬਚਾ ਕੇ ਰੱਖਿਆ ਸੀ। ਕਹਿਣ ਦਾ ਭਾਵ ਜਿਹੜਾ ਇਹਨਾਂ ਦੇ ਘਰ ਦਾ ਬੀਜ ਸੀ ਉਹ ਪੂਰਨ ਰੂਪ ਦੇ ਵਿੱਚ ਬਹੁਤ ਵਧੀਆ ਖੜੀ ਆ ਫਸਲ। ਇਸ ਤੋਂ ਅੱਗੇ ਆ ਜਾਂਦੇ ਆਪਣੇ ਕੈਮਰਾ ਸਹਿਯੋਗੀ ਹਰਪਾਲ ਨੂੰ ਕਹਾਂਗਾ ਕਿ ਇਸ ਤੋਂ ਹੀ ਥੋੜ੍ਹਾ ਜਿਹਾ ਅੱਗੇ ਆ ਜਾਓ। ਇੱਥੋਂ ਹੀ ਬਦਲਾਅ
ਬਦਲਾਅ ਜਿਹੜਾ ਸਰਕਾਰ ਵਾਲਾ ਬਦਲਾਅ ਵੀ ਆਇਆ ਸੀ ਆਮ ਆਦਮੀ ਪਾਰਟੀ ਦਾ, ਉਹ ਬਦਲਾਅ ਤੁਹਾਨੂੰ ਇੱਥੋਂ ਹੀ ਨਜ਼ਰ ਆ ਜਾਏਗਾ। ਕੈਮਰੇ ਦੇ ਖੱਬੇ ਹੱਥ ਉਹ ਬੀਜ ਜਿਹੜਾ ਘਰ ਦਾ ਬੀਜ ਆਪਣਾ ਬਣਾਇਆ ਹੋਇਆ ਇਹਨਾਂ ਨੇ ਜਾਂ ਆਪ ਸੰਭਾਲ ਕੇ ਰੱਖਿਆ ਹੋਇਆ, ਬਹੁਤ ਵਧੀਆ ਫਸਲ ਖੜੀ। ਇਸ ਤੋਂ ਅੱਗੇ ਜਿਹੜਾ ਥੈਲੀ ਵਾਲਾ ਯੂਨੀਵਰਸਿਟੀ ਦਾ ਰਿਕਮੈਂਡਡ ਬੀਜ ਮਹਿੰਗੇ ਭਾਅ ਲੈ ਕੇ ਜਿਹੜਾ ਜ਼ਿਮੀਂਦਾਰ ਨੇ ਬੀਜਿਆ, ਇੱਥੇ ਵੇਖ ਲਓ, ਤੁਹਾਨੂੰ ਪੰਜਾਬੀ ਦਾ ਸ਼ਬਦ ਹੈ ਕਿ ਦੈੜੀਆਂ ਪਈਆਂ ਹੋਈਆਂ ਨਜ਼ਰ ਆ ਜਾਣਗੀਆਂ। ਇਹ ਉਹ ਬੀਜ ਆ ਜਿਹੜਾ ਪੈਸੇ ਲਾ ਕੇ ਥੈਲੀ ਵਾਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਖੇਤੀ ਵਿਕਾਸ ਕੇਂਦਰਾਂ ਦੇ ਵਿੱਚੋਂ ਲਿਆ ਹੋਇਆ ਬੀਜ, ਤੇ ਫਸਲ ਦਾ ਹਾਲ ਤੁਸੀਂ ਵੇਖ ਲਓ। ਜ਼ਿਮੀਂਦਾਰ ਫਸਲ ਵਾਹੁਣ ਲਈ ਮਜਬੂਰ ਕਿਉਂ ਹੋਇਆ? ਝੋਨਾ ਉਹ ਫਸਲ ਮੰਨੀ ਜਾਂਦੀ ਹੈ ਜਿਹੜੀ ਫਸਲ ਜ਼ਿਮੀਂਦਾਰ ਨੂੰ ਕਮਾਈ ਦਾ ਸਾਧਨ ਮੰਨਿਆ ਜਾਂਦਾ, ਕਿਉਂਕਿ ਝੋਨਾ ਵੈਸੇ ਤਾਂ ਚੌਲ ਜਿਹੜੇ ਆ ਉਹ ਪੰਜਾਬ ਦੀ ਖੁਰਾਕ ਨਹੀਂ ਹੈਗਾ, ਪਰ ਕਿਉਂਕਿ ਸੈਂਟਰਲ ਪੂਲ ਦੇ ਵਿੱਚ, ਕੇਂਦਰੀ ਪੂਲ ਦੇ ਵਿੱਚ ਝੋਨੇ ਦੀ ਜਿਹੜੀ ਕਮੀ ਹੈ ਉਸ ਨੂੰ ਪੂਰਾ ਕਰਨ ਦੇ ਲਈ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ। ਪੰਜਾਬ ਦੇ ਜ਼ਿਮੀਂਦਾਰ ਨੇ ਜਿਹੜੇ ਉਹ ਝੋਨਾ ਲਾਉਂਦੇ ਆ, ਉਗਾਉਂਦੇ ਆ ਤੇ ਬਾਕੀ ਸੂਬਿਆਂ ਨੂੰ ਔਰ ਬਾਹਰਲੇ ਦੇਸ਼ਾਂ ਨੂੰ ਭੇਜਦੇ ਆ। ਯੂਨੀਵਰਸਿਟੀ ਦੇ ਬੀਜ ਨੇ ਜੀ ਜਿਹੜੇ, ਸਾਰੀ ਫਸਲ ਤੁਹਾਨੂੰ ਖਰਾਬ ਹੋਈ ਨਜ਼ਰ ਆਊਗੀ। ਮੇਰੇ ਕੋਲ ਕਈ ਸਾਰੇ, ਸਾਡੇ ਚੈਨਲ ਕੋਲ, ਔਨ 에ਅਰ ਦੇ ਕੋਲ ਕਈ ਸਾਰੇ ਕਿਸਾਨ ਭਰਾਵਾਂ ਨੇ, ਵੀਰਾਂ ਨੇ ਪਹੁੰਚ ਕੀਤੀ ਸੀ ਕਿ ਆ ਕੇ ਸਾਡੀ ਹਾਲਾਤ ਵਿਖਾਓ, ਜੱਟ ਦੀ ਜੂਨ ਵਿਖਾਓ ਕਿ ਜੱਟ ਦੀ ਜੂਨ ਬੁਰੀ ਕਿਉਂ ਹੈ, ਮਾੜੀ ਕਿਉਂ ਹੈ। ਸਾਰਾ ਸਾਲ ਮਿਹਨਤਾਂ ਕਰਕੇ, ਬਾਬੇ ਨਾਨਕ ਦੀ ਬਖਸ਼ੀ ਹੋਈ ਖੇਤੀ ਕਰਕੇ, ਜ਼ਮੀਨ ਦੇ ਉੱਤੇ ਹਲ ਵਾਹ ਕੇ, ਮਹਿੰਗੀਆਂ ਦਵਾਈਆਂ, ਰੇਹਾਂ ਸਪਰੇਹਾਂ ਪਾ ਕੇ ਵੀ ਅਖੀਰ 'ਤੇ ਜਦੋਂ ਫਸਲ ਖਰਾਬ ਹੁੰਦੀ ਹੈ ਤਾਂ ਫਿਰ ਜੱਟ ਨੂੰ ਜਾਂ ਸਪਰੇਅ ਪੀਣੀ ਪੈਂਦੀ ਹੈ ਜਾਂ ਫਾਹੇ ਲੈਣੇ ਪੈਂਦੇ ਆ, ਕਿਉਂਕਿ ਵਿਆਜ ਇੰਨਾ ਮਹਿੰਗਾ ਹੈ ਜਿਹੜਾ ਆੜ੍ਹਤੀਆਂ ਤੋਂ ਚੱਕਿਆ ਜਾਂਦਾ ਹੈ। ਬੈਂਕਾਂ ਦੀ ਕੁਰਕੀ ਦਾ ਡਰ, ਬੈਂਕ ਇਸ ਗੱਲ ਨੂੰ ਨਹੀਂ ਵੇਖਦੇ, ਜਾਂ ਆੜ੍ਹਤੀਏ ਜਾਂ ਵਿਆਜੂ ਪੈਸੇ ਦੇਣ ਵਾਲੇ ਇਸ ਗੱਲ ਨੂੰ ਨਹੀਂ ਦੇਖਦੇ ਕਿ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਜਦੋਂ ਖਰਾਬ ਹੁੰਦੀ ਹੈ ਜਾਂ ਆਪਣੇ ਹੱਥੀਂ ਵਾਹੁਣੀ ਪੈਂਦੀ ਹੈ, ਉਦੋਂ ਕਿਸੇ ਦੇ ਮਨ ਦੇ ਉੱਤੇ ਕੀ ਬੀਤ ਰਹੀ ਹੁੰਦੀ ਹੈ। ਆਓ ਤੁਹਾਨੂੰ ਵਿਖਾ ਦਿੰਦਾ ਕਿ ਜਿਹੜੀ ਫਸਲ ਜਿਵੇਂ ਖਰਾਬ ਹੋ ਰਹੀ ਆ, ਉਹ ਤੁਹਾਨੂੰ ਵਿਖਾਉਂਦੇ ਜਾਂਦੇ ਆ। ਜਿਨ੍ਹਾਂ ਦੇ ਖੇਤ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਆਓ ਅੱਗੇ ਤੁਹਾਨੂੰ ਹੋਰ ਵਿਖਾਉਣਾ। ਦੋਨੇ ਪਾਸੇ ਵਿਖਾ ਦਿੰਦਾ ਤੁਹਾਨੂੰ। ਹੁਣ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ, ਇਹ ਫਸਲ 100% ਖਰਾਬ ਹੋਈ ਹੋਈ ਹੈ, 100%। ਹੁਣ ਤੁਸੀਂ ਇਹ ਵੇਖੋ ਕਿ 8 ਏਕੜ ਜਿਹਦੀ 100% ਖਰਾਬ ਹੋ ਗਈ, ਵਾਹੁਣੀ ਪਊਗੀ, ਉਹਦੇ ਅੱਲੇ ਪੱਲੇ ਪੈਣਾ ਕੀ ਹੈ। ਤੇ ਫਿਰ ਮੁੜ ਕੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਨਾ, ਤੁਹਾਡੇ ਸਾਹਮਣੇ ਆ ਰਹੀ ਹੋਏਗੀ। ਇੱਕ ਵਿਅਕਤੀ ਦੱਸ ਰਿਹਾ ਕਿ ਕਿਵੇਂ ਕਿਸੇ ਨੇ ਉਸ ਤੋਂ 60 ਜਾਂ 70 ਹਜ਼ਾਰ ਰੁਪਈਆ ਵਿਆਜੂ ਫੜਿਆ ਸੀ ਤੇ ਹੁਣ ਤੱਕ 4 ਲੱਖ ਰੁਪਈਆ ਉਹ ਕਿਸਾਨ, ਉਹ ਜ਼ਿਮੀਂਦਾਰ ਉਸ ਨੂੰ ਵਾਪਸ ਕਰ ਚੁੱਕੇ ਆ। ਐਂ ਜੱਟਾਂ ਨਾਲ ਹੁੰਦਾ, ਐਂ ਜ਼ਿਮੀਂਦਾਰ ਨਾਲ ਹੁੰਦਾ, ਐਂ ਛੋਟੇ ਮਜ਼ਦੂਰ ਨਾਲ ਹੁੰਦਾ, ਐਂ ਛੋਟੇ ਕਿਸਾਨ ਨਾਲ ਹੁੰਦਾ। ਰੁਪਈਏ 50-50 ਹਜ਼ਾਰ, 60-60 ਹਜ਼ਾਰ ਰੁਪਈਆ ਇਹ ਦਵਾਈਆਂ ਵਾਸਤੇ, ਰੇਹਾਂ ਸਪਰੇਹਾਂ ਵਾਸਤੇ, ਬੀਜਾਂ ਵਾਸਤੇ, ਆ ਜਿਹੜੇ ਨਕਲੀ ਬੀਜ ਯੂਨੀਵਰਸਿਟੀਆਂ ਜਾਂ ਵਿਭਾਗ ਦੇ ਦਿੰਦੇ ਆ, ਉਹਨਾਂ ਵਾਸਤੇ ਵਿਆਜੂ ਚੱਕਦੇ ਆ। ਤੇ ਮੁੜ ਕੇ ਫਿਰ ਵਿਆਜ ਦੀਆਂ ਸਿਫਰਾਂ, ਵਿਆਜ ਦੀਆਂ ਜ਼ੀਰੋਆਂ ਇੰਨੀਆਂ ਵੱਧਦੀਆਂ ਨੇ ਕਿ ਉਹ ਤਾਰਦਾ ਜਾਂ ਤਾਂ ਜੱਟ ਬੁੱਢਾ ਹੋ ਜਾਂਦਾ ਜਾਂ ਫਿਰ ਆਤਮ ਹੱਤਿਆ ਕਰਦਾ, ਸੁਸਾਈਡ ਕਰਦਾ। ਕਾਰਨ ਲੱਭਣੇ ਪੈਣਗੇ ਕਿ ਸਾਡੀ ਖੇਤੀ ਦਾ ਇਹ ਜਿਹੜਾ ਮਾਡਲ ਹੈ, ਇਹ ਕਿੱਥੇ ਜਾ ਕੇ ਕਿਸਾਨ ਨੂੰ ਬਚਾਏਗਾ ਜਾਂ ਕਿੱਥੇ ਜਾ ਕੇ ਕਿਸਾਨ ਨੂੰ ਮਾਰੇਗਾ। ਇਹ ਵੇਖ ਲਓ ਤੁਸੀਂ, ਸਾਰੀ ਤੁਹਾਨੂੰ ਫਸਲ ਵਿਖਾ ਦਿੰਦਾ ਜਿਹੜੀ ਖਰਾਬ ਹੋਈ ਹੋਈ ਹੈ। ਆ ਵੀ ਵੇਖੋ ਜੀ, ਆ ਨਵੀਂ ਇੱਕ ਬੂਟੀ ਜੀ ਆ ਗਈ। ਇਹ ਕੀ ਹੈ ਬਾਪੂ ਜੀ? ਆਇਓ ਮਾੜਾ ਜਿਹਾ ਦੱਸਿਓ, ਮਾੜਾ ਜਿਹਾ ਸਮਝਾਓ ਜੀ। ਆ ਇਹ ਕੀ ਹੈ ਜੀ? ਅੱਗੇ ਆਓ ਜੀ ਥੋੜਾ ਜਿਹਾ। ਜੀ ਕਹਿੰਦੇ ਪਿਆਜੀ ਜੀ ਹੈ ਇਹ। ਇਹਨੇ ਤਾਂ ਖਤਮ ਹੀ ਕਰ ਦੇਣਾ। ਆਪਣੇ ਆਪ ਹੀ ਹੋਈ ਹੈ, ਸਪਰੇਆਂ ਨਾਲ ਠੀਕ ਨਹੀਂ ਹੋਈ? ਨਾ ਠੀਕ ਨਹੀਂ ਹੋਏਗੀ ਆਪਣੇ ਆਪ। ਆ ਵੇਖੋ ਤੁਸੀਂ, ਝੋਨੇ ਦੇ ਵਿੱਚ ਇੱਕ ਨਵੀਂ ਕੋਈ ਬੂਟੀ ਇੱਕ ਪੈਦਾ ਹੋਈ ਹੈ, ਹੋੜੀ ਕਿਸਮ ਦੇ ਫੁੱਲ ਜੇ ਨੇ ਇਹ। ਤੇ ਇਹ ਨਦੀਨ ਹੈ, ਕੁੱਲ ਮਿਲਾ ਕੇ ਜਿਹਨੂੰ ਆਪਾਂ ਨਦੀਨ ਕਹਿੰਦੇ ਆ, ਇਹ ਨਦੀਨ ਆ। ਪਰ ਇਹਨੇ ਆਪਣੀ ਗਰੋਥ ਬਣਾਉਣ ਵਾਸਤੇ ਇਸ ਨੇ ਝੋਨੇ ਨੂੰ ਖਰਾਬ ਕਰਤਾ, ਇਹਨੇ ਦੂਜੇ ਬੂਟਿਆਂ ਨੂੰ ਖਰਾਬ ਕਰਤਾ। ਸਪਰੇਹਾਂ ਕਰਨ ਦੇ ਬਾਵਜੂਦ, ਦਵਾਈਆਂ ਪਾਉਣ ਦੇ ਬਾਵਜੂਦ ਵੀ ਇਹ ਜਿਹੜੀ ਬੂਟੀ ਹੈ ਇਹ ਇੱਥੋਂ ਖਤਮ ਨਹੀਂ ਹੋ ਰਹੀ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਖੇਤਾਂ ਦੇ ਵਿੱਚ ਅਸੀਂ ਇਸ ਵਕਤ ਖੜ੍ਹੇ ਹਾਂ, ਆ ਤੁਹਾਨੂੰ ਫਸਲ ਤਾਂ ਨਜ਼ਰ ਆ ਰਹੀ ਆ ਸਲੇਮਪੁਰ ਪਿੰਡ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ। ਪਰ ਇਹ ਫਸਲ ਨੇ ਅੱਲੇ ਪੱਲੇ ਕੁਛ ਨਹੀਂ ਪਾਉਣਾ ਹੈਗਾ ਸਿਵਾਏ ਕਰਜ਼ੇ ਦੇ ਜਾਂ ਸਿਵਾਏ ਪੱਲਿਓਂ ਲਾਉਣ ਵਾਲੇ ਰੁਪਈਆਂ ਦੇ। ਬਾਈ ਵਰਗੇ ਸਾਡੇ ਨਾਲ ਗੱਲ ਕਰਦੇ ਹਾਂ। ਪਹਿਲਾਂ ਤੁਹਾਨੂੰ ਦੂਸਰਾ ਖੇਤ ਵਿਖਾਇਆ ਸੀਗਾ,
ਉਹ ਬਾਈ ਮਨਦੀਪ ਹੋਰਾਂ ਦਾ ਖੇਤ ਸੀਗਾ, ਠੇਕੇ ਤੇ ਲਿਆ 50,000 ਰੁਪਇਆ ਠੇਕਾ, 20,000 ਰੁਪਏ ਉੱਤੇ ਖਰਚਾ ਕਰ ਲਿਆ ਦਵਾਈਆਂ ਰੇਹਾਂ ਸਪਰੇਹਾਂ ਪਾ ਕੇ, 70,000 ਰੁਪਇਆ ਵਟਿਆ ਜਾਣਾ ਨਹੀਂ, ਪਰ ਵਾਹੁਣਾ ਪਊਗਾ। ਵਾਹੁਣ ਦੇ ਉੱਤੇ ਵੀ ਡੀਜ਼ਲ ਦਾ ਖਰਚਾ ਆਉਣਾ, ਲੇਬਰ ਦਾ ਖਰਚਾ ਲੱਗ ਆਉਣਾ। ਬਾਈ ਕੀ ਨਾਂ ਤੁਹਾਡਾ ਜੀ? ਜਤਿੰਦਰ ਸਿੰਘ ਹੈ ਜੀ ਮੇਰਾ ਨਾਮ। ਬਾਈ ਇਹ ਕੀ ਬਣਿਆ ਤੁਹਾਡੀ ਇਹ ਫਸਲ ਖਰਾਬ ਕਿਉਂ ਹੋਈ ਹੈ? ਇਹ ਫਸਲ ਜੀ PR 131 ਬੀਜ ਆ, ਅਸੀਂ ਯੂਨੀਵਰਸਿਟੀ ਦੇ ਲਿਆਏ ਤੇ ਇਹ ਸਾਡੇ ਕੋਲ ਬਿੱਲ ਵੀ ਹੈ। ਜਿਹੜੀ ਸਾਡਾ ਆਪਣਾ ਬੀਜ ਹੈ ਉਹ ਸਾਡਾ ਠੀਕ ਹੈ। ਸਾਡੇ ਉਰੇ ਘੱਟੋ ਘੱਟ 12-13 ਕਿੱਲੇ ਸਾਡੇ ਕਿਹੜਾ ਬੀਜ 131 ਲਿਆ ਕੇ ਲਾਇਆ ਯੂਨੀਵਰਸਿਟੀ ਚੋਂ, ਉਹ ਸਾਡਾ ਇੱਕ ਵੀ ਦਾਣਾ ਨਹੀਂ ਸਾਡੇ ਪੱਲੇ ਪੈਣਾ। ਉਹ ਉੱਪਰ ਸਾਡਾ ਖਰਚਾ ਹੀ ਪਿਆ ਜੀ। ਇਹ ਕਿੰਨੇ ਕਿੱਲੇ ਬਾਈ? ਉਹਦੇ ਸਾਡੇ 8 ਕਿੱਲੇ ਹੈ। 8 ਦੇ 8 ਹੀ ਖਰਾਬ ਹੈ? 8 ਦੇ 8 ਕਿੱਲੇ ਇਹ ਨਾਲ ਲੱਗਦੀ ਗਾਹਾਂ ਖਰਾਬ ਹੁੰਦੀ ਜਾ ਰਹੀ ਹੈ। ਇਹ ਮੈਨੂੰ ਦੱਸੋ ਤਕਨੀਕੀ ਤੌਰ ਦੇ ਉੱਤੇ ਸਮਝਾਓ। ਵੈਸੇ ਤਾਂ ਇਹ ਹੁੰਦਾ ਮਨਦੀਪ, ਤੁਸੀਂ ਜ਼ਿਆਦਾ ਬਿਹਤਰ ਸਮਝਾ ਸਕਦੇ ਹੋ ਮੇਰੇ ਖਿਆਲ 'ਚ। ਵੈਸੇ ਤਾਂ ਇਹ ਹੁੰਦਾ ਵੀ ਜਿੱਥੇ ਆਪਾਂ ਇੱਕ ਵਾਰੀ ਦਵਾਈ ਪਾਤੀ, ਰੇਹ ਸਪਰੇਅ ਆਪਾਂ ਛਿੜਕਾ ਕਰਤਾ, ਉੱਥੇ ਉਹ ਬਿਮਾਰੀ ਦੱਬੀ ਜਾਂਦੀ ਹੈ, ਭਾਵੇਂ ਉਹ ਤੇਲਾ ਹੋਵੇ ਤੇ ਭਾਵੇਂ ਹੋਰ ਕੋਈ ਅਗਲੇਰੀ ਬਿਮਾਰੀ ਹੋਵੇ। ਇਹ ਕਿੱਦਾਂ, ਇਹ ਲਾਗ ਦੀ ਬਿਮਾਰੀ ਟਾਈਪ ਹੈ ਕਿ ਅਗਲੇ ਖੇਤਾਂ ਨੂੰ ਵੀ ਪਹੁੰਚਦੀ ਹੈ? ਇਹ ਨਹੀਂ, ਲਾਗਦੀ ਤਾਂ ਨਹੀਂ ਹੈਗੀ। ਜਿੱਦਾਂ ਮੰਨ ਲਓ ਹੁਣ ਇਹ ਸਭ ਤੋਂ ਪਹਿਲਾਂ ਖੇਤ ਲੱਗਿਆ ਜੀ, ਇਹਦੇ ਵਿੱਚ ਸਭ ਤੋਂ ਪਹਿਲਾਂ ਬਿਮਾਰੀ ਆ ਗਈ ਇਹ। ਤੇ ਇਹ ਮਤਲਬ ਆਪਣੇ ਤੁਸੀਂ ਕਹਿ ਲਓ ਵੀ ਗੋਡੇ ਗੋਡੇ ਤੋਂ ਉੱਤੇ ਤੋਂ ਫੇਰ ਨੀਚੇ ਨੂੰ ਗਈ ਆ। ਅੱਛਾ, ਪਹਿਲਾਂ ਫਸਲ ਇਹ ਚੰਗੀ ਚੱਲ ਪਈ ਸੀਗੀ ਪੂਰੀ 1 ਮਹੀਨੇ ਦੀ ਪੂਰੀ ਤੁਸੀਂ ਐਂ ਕਹਿ ਦਿਓ ਵੀ ਇਹਦੇ ਨਾਲ ਦੀ ਫਸਲ ਨਹੀਂ ਸੀਗੀ ਇੱਥੇ ਜੀ। ਬੂਟਾ ਦੇਖੋ ਕਿੱਡਾ ਕਰਿਆ ਹੋਇਆ। ਤੇ ਬਾਕੀ ਮਤਲਬ ਉੱਪਰੋਂ ਇਹ ਨੀਚੇ ਨੂੰ ਚਲੇਗੀ। ਤੇ ਜਿੱਦਾਂ ਹੁਣ ਲਾਗ ਦੇ ਖੇਤ ਆ, ਇਹਦੇ ਵਿੱਚ ਮਤਲਬ ਥੋੜੀ ਜਿਹੀ ਘੱਟ ਆ, ਉਧਰ ਵੀ ਇਨਫੈਕਟ ਕਰਨਾ ਇਹਨੇ ਸ਼ੁਰੂ ਕਰਤਾ। ਮਤਲਬ ਕਿਸੇ ਬੀਜ ਨੂੰ ਇੱਧਰ 26 ਬੀਜ ਲੱਗਿਆ, ਉਹਨੂੰ ਆਈ ਨਹੀਂ ਵੀ। ਇਹਦਾ ਕੋਈ ਵੀ ਕਾਰਨ ਨਹੀਂ ਪਤਾ ਲੱਗਿਆ ਜੀ। ਦੇਖੋ ਹੁਣ ਇਹਦੀ ਜੇ ਆਪਾਂ ਜੜ ਕਹਿ ਦਈਏ, ਜੜ ਵੀ ਉਹ ਨਹੀਂ ਹੈਗੀ। ਹੁਣ ਤੁਸੀਂ ਬਾਈ ਜਦੋਂ ਪਹੁੰਚ ਕੀਤੀ ਹੈ ਇਹਨਾਂ ਕੋਲੇ, ਮਤਲਬ ਯੂਨੀਵਰਸਿਟੀ ਵਾਲਿਆਂ ਕੋਲੇ ਤੁਸੀਂ ਲੈ ਕੇ ਗਏ ਹੋਵੋਗੇ ਸੈਂਪਲ, ਤੁਹਾਨੂੰ ਕੀ ਜਵਾਬ ਦਿੱਤਾ ਉਹਨਾਂ ਨੇ? ਕੋਈ ਤਸੱਲੀ ਬਖਸ਼ ਉੱਤਰ ਦਿੱਤਾ ਉਹਨਾਂ ਨੇ? ਇਹ ਤਾਂ ਕਹਿੰਦੇ ਵਾਇਰਸ ਆ ਗਿਆ ਜੀ, ਇਹ ਚਾਈਨਾ ਦਾ ਵਾਇਰਸ ਹੈ। ਬਈ ਇੱਕੇ ਗੱਲ ਕਹਿ ਕੇ ਸਾਡਾ ਪੱਲਾ ਝਾੜ ਗਏ ਉਹ। ਇਹਦਾ ਹੱਲ ਕੀ? ਉਹਨਾਂ ਨੇ ਕੋਈ ਇਲਾਜ ਨਹੀਂ ਦੱਸਿਆ ਇਹਦਾ? ਸਹੀ ਹੈ। ਇਹ ਪਾਣੀ ਸਕਾਇਆ ਜੀ, ਸਪਰੇਹਾਂ ਜਿੰਨੀਆਂ ਅਸੀਂ ਕਰ ਰਹੇ ਹਾਂ, ਜਿੰਨੀਆਂ ਉਹਦੇ ਜ਼ਿਆਦਾ ਨੁਕਸਾਨ ਹੋ ਰਿਹਾ ਸਾਡਾ। ਸਪਰੇਅ ਨਾਲ ਤਾਂ ਫਾਇਦਾ ਹੋਣਾ ਚਾਹੀਦਾ, ਉਹਨਾਂ ਨਾਲ ਨੁਕਸਾਨ ਹੋ ਰਿਹਾ, ਥੱਲੇ ਨੂੰ ਜਾ ਰਹੀ ਹੈ। ਇੱਕ ਇਹਨਾਂ ਨੇ ਜਿੰਕ ਦੱਸੀ ਸੀਗੀ 33% 700 ਗ੍ਰਾਮ, 21% ਜਿੰਕ 1 ਕਿਲੋ ਪ੍ਰਤੀ ਏਕੜ, ਅੱਧਾ ਕਿਲੋ ਕਲੀ, ਤੇ ਜਿੰਨੇ ਪੰਪ ਬਣਾਉਣੇ ਆ ਉਨੇ ਉਹ ਮਟਕੇ ਦੇ ਵਿੱਚ ਪਾ ਕੇ ਰਾਤ ਨੂੰ ਭਿਉਂ ਕੇ ਰੱਖਣੀ ਹੈ, ਸਵੇਰੇ ਉਹਦਾ ਛਿੜਕਾਓ ਕਰਨਾ। ਜਿੰਕ, ਕਲੀ ਤੇ ਯੂਰੀਆ 2 ਕਿਲੋ ਯੂਰੀਆ ਪਰ ਏਕੜ। ਇਹਨਾਂ ਦੀ ਸਿਰਫ ਇਹ ਸਾਨੂੰ ਇੱਕ ਯੂਨੀਵਰਸਿਟੀ ਨੇ ਇੱਕ ਵੀਡੀਓ ਜਾਰੀ ਕਰਕੇ YouTube ਤੇ ਇਹ ਆਪ ਦਾ ਪੱਲਾ ਝਾੜ ਲਿਆ। ਉਹ ਮਤਲਬ ਉਹ ਸਪਰੇਹਾਂ ਨੇ ਵੀ ਕੋਈ ਜ਼ਿਆਦਾ ਅਸਰ ਨਹੀਂ ਦਿਖਾਇਆ। ਸਰਕਾਰਾਂ ਤੱਕ ਨਹੀਂ ਪਹੁੰਚ ਕੀਤੀ ਹੈਗੀ? ਇੱਥੇ ਕਿਸੇ ਮੰਤਰੀ ਨੂੰ ਮਿਲੇ ਹੋਂ ਜਾਂ ਕਿਸੇ ਬਲਾਕ ਲੈਵਲ ਦੇ ਕਿਸੇ ਅਧਿਕਾਰੀ ਨੂੰ ਮਿਲੇ ਹੋਂ? ਸਰਕਾਰਾਂ ਥਾਣੀ ਗਏ ਆ ਜੀ ਅਸੀਂ, ਸਰਕਾਰ ਕੋਈ ਨਹੀਂ ਸਾਡੀ ਪੱਲਾ ਫੜਦੀ ਹੈਗੀ। ਅਸੀਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਖੇਤੀਬਾੜੀ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੀ ਇਹ ਸੁਣੀ ਜਾਵੇ, ਜਿਹੜਾ ਸਾਡਾ ਨੁਕਸਾਨ ਹੋਇਆ ਉਹ ਸਾਨੂੰ ਭਰਿਆ ਜਾਵੇ। ਨਹੀਂ ਸਾਡਾ ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਹੈ। ਸਾਨੂੰ ਆੜ੍ਹਤੀਆਂ ਦੇ ਵੀ ਤੰਗ ਹੋਏ ਪਏ, ਅਸੀਂ ਬੈਂਕਾਂ ਦੇ ਵੀ ਤੰਗ ਹੋਏ ਪਏ ਹਾਂ, ਅਸੀਂ ਕਰਜ਼ੇ ਦੇ ਵਿੱਚ ਡੁੱਬੇ ਹੋਏ ਹਾਂ। ਨਹੀਂ ਸਾਨੂੰ ਤਾਂ ਗਲ ਫੜਾ ਲੈਣਾ ਪੈਣਾ, ਨਹੀਂ ਖੁਦਕੁਸ਼ੀਆਂ ਕਰਕੇ ਦਵਾਈ ਪੀਣੀ ਪੈਣੀ ਹੈ। ਆਹ ਗੱਲ ਬਹੁਤ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਗੱਲ ਹੈ ਕਿ ਤੁਸੀਂ ਕਹਿ ਤਾਂ ਅੰਨਦਾਤੇ ਦਿੰਦੇ ਹੋ, ਉਹ ਕਾਹਦੇ ਅੰਨਦਾਤੇ? 1.5 ਸਾਲ ਪਹਿਲਾਂ ਉੱਥੇ ਦਿੱਲੀ ਦੇ ਬਾਰਡਰ ਤੇ ਬੈਠੇ ਰਹੇ, ਉਦੋਂ 6 ਮਹੀਨੇ ਪਹਿਲਾਂ ਇੱਥੇ ਟੋਲ ਪਲਾਜ਼ਿਆਂ ਔਰ ਸੜਕਾਂ ਦੇ ਉੱਤੇ ਸਾਡੇ ਬਜ਼ੁਰਗ ਬੈਠੇ ਰਹੇ। 750 ਤੋਂ ਵੱਧ ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ, ਫਿਰ ਕਿਤੇ ਜਾ ਕੇ 3 ਖੇਤੀ ਕਾਨੂੰਨ ਵਾਪਸ ਹੋਏ। ਇਹ ਕਹਿੰਦੇ ਬੈਂਕਾਂ ਨੇ ਵੀ ਮਾਰੇ ਪਏ ਆ, ਆੜ੍ਹਤੀਆਂ ਨੇ ਵੀ ਮਾਰੇ ਪਏ ਆ, ਖੇਤੀਬਾੜੀ ਵਿਭਾਗ ਨੇ ਵੀ ਮਾਰੇ ਪਏ ਆ, ਜਾਂ ਖੁਦਕੁਸ਼ੀਆਂ ਕਰਨੀਆਂ ਪੈਣਗੀਆਂ, ਸਪਰੇਹਾਂ ਪੀਣੀਆਂ ਪੈਣਗੀਆਂ, ਨਹੀਂ ਇੱਥੇ ਕਿਸੇ ਦਰੱਖਤ ਦੇ ਉੱਤੇ ਤੁਹਾਨੂੰ ਫਾਹਾ ਟੰਗਿਆ ਹੋਇਆ ਮਿਲ ਹੀ ਜਾਊਗਾ। ਫਿਰ ਕਹੋਗੇ ਪੰਜਾਬ ਦੇ ਵਿੱਚ ਖੁਦਕੁਸ਼ੀਆਂ ਕਿਉਂ ਹੁੰਦੀਆਂ ਨੇ? ਇਹ ਕਾਰਨ ਲੱਭਣੇ ਪੈਣਗੇ, ਇਹ ਖੁਦਕੁਸ਼ੀਆਂ ਦੇ ਕਾਰਨ ਨਾ ਬੈਠੇ। ਬਾਪੂ ਕਿੰਨਾ ਕੁ ਔਖਾ ਜ਼ਿਮੀਂਦਾਰ ਇਸ ਵਕਤ ਪੰਜਾਬ 'ਚ? ਤੁਹਾਡੇ ਸਾਹਮਣੇ ਹੀ ਬਹੁਤ ਜ਼ਿਆਦਾ ਔਖਾ, ਕਿਤੇ ਰੋਟੀ ਇੱਕ ਖਾ ਨਹੀਂ ਰਿਹਾ, ਨਸੀਬ ਨਹੀਂ ਹੋ ਰਹੀ ਰੋਟੀ ਬੰਦੇ ਨੂੰ। ਕਰਜ਼ਾ, ਹੁਣ ਕਰਜ਼ਾ ਜਾਵੇ ਕਿੱਥੇ? ਬੱਚੇ ਰੁਲ ਜਾਂਦੇ, ਬੱਚੇ ਵੀ ਵਿਆਹੁਣੇ ਆ, ਕੋਈ ਪਾਲਣੇ ਬੱਚੇ ਸੌਖੇ ਕਿਤੇ, ਮਹਿੰਗਾਈ ਦਾ ਜਵਾਨਾ ਆ ਗਿਆ। ਖੇਤੀ 'ਚੋਂ ਬਚਦਾ ਬਚਦਾ ਕੁਛ ਨਹੀਂ ਹੈ, ਕੁਛ ਨਹੀਂ ਬਚਦਾ। ਦੇਖੋ ਤੁਹਾਡੇ ਸਾਹਮਣੇ ਦਿਖ ਰਿਹਾ ਕਿਆ ਹਾਲ ਹੋਊਗਾ। ਆਈ ਚਲਾਈ ਹੈ ਜੀ, ਬਸ ਚੱਲ ਰਹੀ ਹੈ। ਸਰਕਾਰਾਂ ਨੂੰ ਕੀ ਕਹਿਣਾ ਤੁਹਾਡੇ ਵੱਲੋਂ? ਮਤਲਬ ਹੁਣ ਤਾਂ ਪੰਜਾਬ ਦੇ ਵਿੱਚ ਬਦਲਾਅ ਦੀ ਸਰਕਾਰ ਆਈ ਹੈ, ਨਵੀਂ ਸਰਕਾਰ ਆਈ ਹੈ। ਇਹ ਕਹਿੰਦੇ ਸੀ ਬਾਂਹ ਫੜਾਂਗੇ ਅਸੀਂ ਕਿਸਾਨਾਂ ਨੂੰ, ਖੁਦਕੁਸ਼ੀ ਨਹੀਂ ਕਰਨ ਦੇਵਾਂਗੇ। ਨਹੀਂ, ਮੈਂ ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਵਾਜ਼ ਸਰਕਾਰ ਦੇ ਕੰਨ ਵਿੱਚ ਪਾਈ ਹੈ। ਬਹੁਤ ਜ਼ਿਆਦਾ ਵਿਧਾਇਕ ਜਾਂ ਇਹਨਾਂ ਦੇ ਵਰਕਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਆ ਜਿਹੜੇ, ਇਹ ਮੌਕੇ ਦੀ ਸਰਕਾਰ ਹੈ, ਇਹਨਾਂ ਨੂੰ ਵੀ ਮੀਡੀਆ ਤੋਂ ਹੀ ਪਤਾ ਲੱਗਿਆ ਹੈ। ਇਹਨਾਂ ਦੇ ਮੰਤਰੀਆਂ ਜਿਹੜੇ ਖੇਤੀ ਕਰ ਰਹੇ ਆ, ਖੇਤੀ ਨਾਲ ਸੰਬੰਧਿਤ ਬੰਦੇ ਇਹਨਾਂ ਦੀ ਪਾਰਟੀ ਦੇ ਵਿੱਚ ਆ, ਉਹਨਾਂ ਨੇ ਨਹੀਂ ਦੱਸਿਆ ਇਹਨਾਂ ਨੂੰ। ਉਹਨਾਂ ਦੇ ਇਲਾਕੇ 'ਚ ਬਾਈ ਇੱਕ ਧਰਨਾ ਵੀ ਲੱਗਾ ਹੈ ਰਾਜਪੁਰੇ, ਤੁਹਾਨੂੰ ਪਤਾ ਧਿਆਨ 'ਚ ਤੁਹਾਡੇ? ਹਾਂਜੀ ਹਾਂਜੀ। ਇਹ ਸਾਡੇ 3 ਮਹੀਨੇ ਹੋ ਗਏ ਬੈਠੇ। 3 ਮਹੀਨੇ ਹੋ ਗਏ ਜੀ।
ਇਹ ਸੂਰਜਮੁਖੀ ਉੱਥੇ 88 ਏਕੜ ਸੂਰਜਮੁਖੀ ਤਬਾਹ ਹੋ ਗਈ ਡੁਪਲੀਕੇਟ ਬੀਜ ਦੇ ਕਾਰਨ। ਉੱਥੇ ਹਾਲਤ ਨਹੀਂ ਕੋਈ ਸੁਣਾਈ ਨਹੀਂ ਹੋਈ 3 ਮਹੀਨੇ ਦੇ ਵਿੱਚ ਉੱਤੇ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਮੈਂ ਉਹ ਰਿਪੋਰਟ ਕਰਕੇ ਆਇਆ ਸੀਗਾ, ਸਿਰਫ ਔਨ-ਏਅਰ ਨੇ ਉਹ ਰਿਪੋਰਟ ਕੀਤੀ ਹੈ। ਜਿਹੜੇ ਰਾਜਪੁਰੇ ਦੇ ਵਿੱਚ ਸੂਰਜਮੁਖੀ ਬੀਜ ਨਕਲੀ ਬੀਜਾਂ ਵਾਲੇ ਕਿਸਾਨ ਬੈਠੇ ਆ, ਉੱਥੇ ਦੇ ਜਿਹੜੇ 2 ਮੇਨ ਡੀਲਰ ਸੀ ਨਾ, ਉਹ ਹੁਣ ਵੀ ਮੁੱਛਾਂ ਤੇ ਹੱਥ ਫੇਰ ਕੇ ਕਹਿੰਦੇ ਆ ਕਿ ਹਾਂ ਅਸੀਂ ਨਕਲੀ ਬੀਜ ਵੇਚੇ ਆ, ਜਿਹਨੇ ਸਾਡਾ ਜੋ ਕਰਨਾ ਕਰਕੇ ਦਿਖਾ ਦੇਵੇ। ਇਹ ਗੱਲ ਉਹ ਸ਼ਰੇਆਮ ਕਹਿੰਦੇ ਆ। ਇੱਕ ਤਾਂ ਰਾਜਪੁਰਾ ਪੈਸਟੀਸਾਈਡ ਹੈ, ਇੱਕ ਕੋਈ ਹੋਰ ਸ਼ਾਪ ਹੈ, ਮੈਨੂੰ ਨਾਂ ਭੁੱਲ ਗਿਆ ਉਸ ਫਰਮ ਦਾ। ਇਹ ਸਾਫ਼ ਔਰ ਸਪਸ਼ਟ ਤੌਰ ਦੇ ਉੱਤੇ ਕਹਿੰਦੇ ਨੇ ਕਿ ਹਾਂ ਅਸੀਂ ਨਕਲੀ ਬੀਜ ਵੇਚੇ ਆ, ਜਿਹੜੇ ਜ਼ਿਮੀਂਦਾਰ ਨੇ ਸਾਡਾ ਜੋ ਵਿਗਾੜਨਾ ਵਿਗਾੜ ਕੇ ਦੇਖ ਲਵੇ। ਕੋਈ ਕਾਰਵਾਈ ਨਹੀਂ ਹੋ ਰਹੀ। 3 ਮਹੀਨੇ ਤੋਂ ਲਗਾਤਾਰ ਨਕਲੀ 88 ਏਕੜ ਇੱਕ ਹੈ, 88 ਏਕੜ ਉਹ ਆ ਜਿਨ੍ਹਾਂ ਕੋਲੇ ਬਿੱਲ ਸੀ। ਕਿਸਾਨ ਮਰਦਾ ਕਿੱਥੇ ਆ? ਅਸੀਂ ਮਰਦੇ ਸਹਿਚਾਰੀ ਦੇ ਵਿੱਚ ਆ ਕਿ ਅਸੀਂ ਬੀਜ ਲੈ ਆਉਂਦੇ ਆ, ਦਵਾਈਆਂ ਲੈ ਆਉਂਦੇ ਆ, ਰੇਹਾਂ ਸਪਰੇਹਾਂ ਲੈ ਆਉਂਦੇ ਆ, ਖਾਦਾਂ ਲੈ ਆਉਂਦੇ ਆ, ਪਰ ਅਸੀਂ ਪੱਕੇ ਬਿੱਲ ਨਹੀਂ ਲੈਂਦੇ ਹੈਗੇ। ਫਸਲ ਉਹਨਾਂ ਦੀ 300-400 ਏਕੜ ਖਰਾਬ ਹੋਈ ਹੈ। 88 ਏਕੜ ਸਿਰਫ ਉਹ ਨੇ ਜਿਨ੍ਹਾਂ ਕੋਲੇ ਬੀਜ ਸੀ। ਬਾਕੀ ਜਿਹੜਾ 300-400 ਏਕੜ ਆ ਉਹ ਕਿਸੇ ਹਿਸਾਬ 'ਚ ਹੀ ਨਹੀਂ ਆਇਆ, ਕਿਉਂਕਿ ਉਹਨਾਂ ਕੋਲੇ ਬਿੱਲ ਪੱਕਾ ਕੋਈ ਨਹੀਂ ਸੀਗਾ ਜੀ। ਕਿਹੜਾ ਉੱਥੇ ਅਸੀਂ ਰਾਜਪੁਰੇ ਬੈਠੇ, ਸਾਡੇ ਜ਼ਿਮੀਂਦਾਰ ਵੀਰ ਉੱਥੇ ਤੇ 200 ਫੁੱਟ ਕਿਹੜੀ ਐਮਐਲਏ ਮੌਕੇ ਦੀ ਹੈ, ਉਹਦਾ ਕੋਠੀ ਹੈ, ਉਹ ਹਾਲਤ ਨਹੀਂ ਉੱਥੇ। ਸਾਡੇ 3 ਮਹੀਨੇ 'ਚ ਸਾਡੇ ਖਸਾਰ ਨਹੀਂ ਲਈ। ਉਹਦਾ ਕੋਈ ਕਿਹੜਾ ਦੁਕਾਨ ਵਾਲਾ ਹੈ, ਉਹਦਾ ਖੁਦ ਰਿਸ਼ਤੇਦਾਰ ਹੈ, ਉਹਦੀ ਮਦਦ ਕਰਦੇ, ਜ਼ਿਮੀਂਦਾਰਾਂ ਦੀ ਮਦਦ ਨਹੀਂ ਕਰਦੀ। ਕਿਹੜਾ ਅਸੀਂ ਪਰਚਾ ਜ਼ਿਮੀਂਦਾਰਾਂ ਨੇ ਨਹੀਂ ਕਰਾਇਆ, ਉਹ ਖੇਤੀਬਾੜੀ ਵਾਲਿਆਂ ਨੇ ਪਰਚਾ ਕਰਾ ਕੇ ਉਹਨਾਂ ਦੀ ਬੱਚਤ ਕਰੀ ਹੈ। ਉਹ ਤਾਂ ਮੈਨੂੰ ਕਿਸੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਨੂੰ ਵੀ ਕਿਸੇ ਦੁਕਾਨਦਾਰ ਨੇ ਦੱਸਿਆ। ਉਹ ਕਹਿੰਦਾ ਵੀ ਉਹ ਬੰਦਾ ਐਂ ਕਹਿੰਦਾ ਵੀ ਮੈਂ ਹੁਣ ਹਾਈ ਕੋਰਟ ਚਲੇ ਗਿਆ, ਜਿਹੜਾ ਕੁਝ ਕਰਨਾ ਤੁਸੀਂ ਕਰ ਲਓ, ਜਿੰਨਾ ਚਿਰ ਬੈਠਣਾ ਬੈਠੇ ਰਹੋ। ਇਹ ਗੱਲ ਕਿਸੇ ਦੁਕਾਨਦਾਰ ਨੇ ਮੈਨੂੰ ਦੱਸੀ ਹੈ ਵੀ ਉਹ ਦੁਕਾਨ ਜਿਹੜੇ ਬੀਜ ਵਾਲੇ ਆ, ਉਹ ਮਤਲਬ ਦੁਕਾਨ ਦੇ ਓਨਰ ਆ, ਉਹ ਇਹ ਗੱਲ ਕਹਿ ਰਹੇ ਆ ਵੀ ਅਸੀਂ ਹਾਈ ਕੋਰਟ ਚਲੇ ਗਏ, ਜਿਹੜਾ ਕੁਝ ਕਰਨਾ ਤੁਸੀਂ ਕਰੀ ਜਾਓ, ਜਿਹੜਾ ਬੈਠਣਾ ਬੈਠੀ ਜਾਓ। ਇਹ ਗੱਲ ਝੂਠ ਨਹੀਂ ਹੈ। ਇਹ ਗੱਲ ਮੇਰੇ ਤੱਕ ਵੀ ਪਹੁੰਚੀ ਸੀ ਜਦੋਂ ਮੈਂ ਰਿਪੋਰਟ ਕਰਨ ਗਿਆ ਸੀਗਾ। ਔਨ ਕੈਮਰਾ ਉਹ ਦੁਕਾਨਦਾਰ ਨਹੀਂ ਆਏ ਸੀਗੇ, ਕਿਉਂਕਿ ਮੈਂ ਉਹਨਾਂ ਦਾ ਦੂਜਿਆਂ ਦਾ ਪੱਖ ਲੈਣਾ ਵੀ ਜ਼ਰੂਰੀ ਹੁੰਦਾ। ਮੈਂ ਉਹਨਾਂ ਦਾ ਵਰਜ਼ਨ ਲੈਣ ਲਈ ਗਿਆ ਸੀ, ਪਰੰਤੂ ਉਹਨਾਂ ਨੇ ਕੰਨ ਹੀ ਨਹੀਂ ਧਰਿਆ। ਉਹ ਕਹਿੰਦੇ ਅਸੀਂ ਔਨ ਰਿਕਾਰਡ ਔਨ ਕੈਮਰਾ ਕੋਈ ਗੱਲ ਹੀ ਨਹੀਂ ਕਰਨੀ ਹੈਗੀ। ਅਸੀਂ ਖੇਤਾਂ ਦੇ ਵਿੱਚ ਫਿਰੀ ਜਾਂਦੇ ਆ, ਫਸਲਾਂ ਖੜੀਆਂ ਨੇ। ਬਾਈ ਕਿੰਨਾ ਕੁ ਔਖਾ ਜ਼ਿਮੀਂਦਾਰ ਬਹੁਤ ਔਖਾ, ਬੇਜਾਏ ਔਖਾ ਜ਼ਿਮੀਂਦਾਰ। ਜਿੰਨਾ ਤੁਸੀਂ ਕਹਿ ਦਿਓ ਓਨਾ ਔਖਾ ਜ਼ਿਮੀਂਦਾਰ ਆ। ਕੋਈ ਫਸਲ ਦਾ ਹਾਲ ਹੈਗਾ? ਕੋਈ ਹਾਲ ਨਹੀਂ ਫਸਲ ਦਾ। ਜ਼ਿਮੀਂਦਾਰ ਕੋਲ ਹੈ ਕਿਆ? ਫਸਲ ਹੈ। ਕਣਕ ਪਿੱਛੇ ਮਰ ਗਈ, ਪਿੱਛੇ ਕਣਕਾਂ ਸੁੱਕ ਗਈਆਂ ਦੀਆਂ 2-3 ਸਾਲ ਹੋ ਗਏ। ਪਿੱਛੇ ਭੋਰਾ ਕਣਕ 5-5 ਕੁਆਂਟਲ ਕਣਕ ਨਿਕਲੀ ਹੈ। ਆ ਹੁਣ ਦੇਖ ਲਓ ਜੀਰੀ ਕਿੰਨੀ ਇੰਨਾ ਘੱਟ ਝਾੜ ਨਿਕਲੇ ਬਾਈ, 5-5 ਕੁਆਂਟਲ ਤੇ ਕੁਆਂਟਲ ਕਣਕ ਨਿਕਲੀ ਹੈ ਸਾਰੀ। ਉਹ 2-2 ਕੁਆਂਟਲ ਕਣਕ ਨਿਕਲੀ ਹੈ। ਇਹੋ ਜਿਹਾ ਹਾਲ ਰਿਹਾ। ਤੂੜੀ ਵੀ ਨਹੀਂ ਹੋਈ। ਹੋਰ ਦੱਸੋ, ਹੋਰ ਦਾ ਉਹ ਕਣਕ ਤੂੜੀ ਵੀ ਨਹੀਂ ਹੋਈ ਹੈਗੀ। ਤੂੜੀ ਜਿਹੜੇ ਸਾਡੇ 20 ਕੁਆਂਟਲ ਹੁੰਦੇ ਤੇ 10 ਕੁਆਂਟਲ ਤੂੜੀ ਹੋਈ ਹੈ। ਇਹ ਹਾਲ ਹੋਇਆ। ਇਹਦਾ ਹੱਲ ਕੀ ਹੈ ਬਾਈ? ਫਿਰ ਜ਼ਿਮੀਂਦਾਰ ਦਾ ਹੱਲ ਕੀ ਹੈ? ਵੀ ਕਿਆ ਹੱਲ ਹੋਊਗਾ? ਇੱਧਰ ਨਹੀਂ, ਸਰਕਾਰ ਜਿਹੜੀ ਨਵੀਂ ਆਈ ਹੈ, ਨਵੀਂ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਤੁਹਾਨੂੰ ਸੌਖੇ ਕਰਾਂਗੇ, ਕਿਸੇ ਨੂੰ ਔਖੇ ਨਹੀਂ ਰਹਿਣ ਦਿੰਦੇ ਹੈਗੇ। ਸਰਕਾਰਾਂ ਦੇ ਨਾਂ ਤੇ ਡਰਿਆ ਨਾ ਕਰੋ। ਸਰਕਾਰਾਂ ਨੂੰ ਸਵਾਲ ਚੱਕੋਗੇ ਤਾਂ ਤੁਹਾਡੀ ਆਵਾਜ਼ ਚੁੱਕੀ ਜਾਣੀ ਹੈ। ਕੀ ਕਹਿਣਾ ਪਰਮਿੰਦਰ? ਇਹ ਹੁਣ ਇੰਨੀਆਂ ਤਨਖਾਹਾਂ ਲੈ ਰਹੇ ਆ ਯੂਨੀਵਰਸਿਟੀ ਦੇ ਵਿੱਚ ਬੈਠੇ ਹੋਏ, ਜਾਂ ਤਾਂ ਜਿਹੜੇ ਮੌਜੂਦਾ ਨੇ ਉਹ ਨਹੀਂ ਕੁਝ ਕਰ ਰਹੇ, ਜਾਂ ਇੱਕ ਪ੍ਰੋਫੈਸਰ ਸਾਹਿਬ ਦਾ ਨਾਂ ਭੁੱਲ ਗਿਆ ਜਿਨ੍ਹਾਂ ਨੇ ਝੋਨਾ ਵੱਟਾਂ ਤੇ ਮਤਲਬ ਕਾਮਯਾਬ ਕਰਕੇ ਦਿਖਾਇਆ, ਤਾਂ ਉਹ ਕਿਉਂ ਨਹੀਂ ਲਾਗੂ ਕਰ ਰਹੇ? ਉਹਦੇ ਨਾਲ ਪਾਣੀ ਵੀ ਬਚੂਗਾ। ਤੁਸੀਂ ਤਿਆਰ ਹੋ ਇਸ ਗੱਲ ਲਈ ਕਿ ਜਿਹੜੀ ਸਿੱਧੀ ਬਿਜਾਈ ਵਾਲਾ ਝੋਨਾ ਹੈ, ਵੱਟਾਂ ਵਾਲਾ, ਤੁਸੀਂ ਮਤਲਬ ਜ਼ਿਮੀਂਦਾਰ ਪੰਜਾਬ ਦਾ ਤਿਆਰ ਹੈ? ਬਿਲਕੁਲ, ਬਹੁਤ ਐਤਕੀ ਬੀਜੀ ਵੀ ਹੈਗੀ ਹੈ, ਕਾਮਯਾਬ ਵੀ ਕਰੀ ਹੈ ਲੋਕਾਂ ਨੇ। ਤੇ ਜਿਹੜੀ ਮੇਰੇ ਪ੍ਰੋਫੈਸਰ ਸਾਹਿਬ ਦਾ ਨਾਂ ਨਹੀਂ ਮੈਨੂੰ ਯਾਦ, ਜਿਨ੍ਹਾਂ ਨੇ ਮਤਲਬ ਇਹ ਕਰੀ ਹੈ। ਸਾਡੀ ਉਦਾਹਰਨ ਹੈ ਇੱਥੇ ਸਾਧੂਗੜ੍ਹ ਬੰਦਾ ਇੱਕ ਕਰਦਾ ਏ, ਬਹੁਤ ਵਧੀਆ ਫਸਲ ਲੈ ਰਿਹਾ ਜੀ ਉਹ, ਸਿੱਧੀ ਬਿਜਾਈ ਦੀ ਵੱਟਾਂ ਵਾਲੇ ਉਹਦੇ ਨਾਲ ਕੁਦਰਤ ਦਾ ਵੀ ਬਚਾਓ ਹੈ, ਪਾਣੀ ਦਾ ਵੀ ਬਚਾਓ ਹੋਊਗਾ, ਉਹਦੇ ਨਾਲ ਬਾਕੀ ਚੀਜ਼ਾਂ ਦਾ ਵੀ ਬਚਾਓ ਹੋਣਾ ਆਪਣਾ। ਜੇ 50% ਪਾਣੀ ਲੱਗਦਾ ਤਾਂ ਉਹਦੇ ਵਿੱਚ 10% ਹੀ ਪਾਣੀ ਲੱਗਦਾ ਜੀ ਝੋਨੇ ਦੀ ਫਸਲ ਦੇ ਵਿੱਚ। ਹੱਲਾਸ਼ੇਰੀ ਦੇਣ ਦੀ ਲੋੜ ਹੈ। ਪੰਜਾਬ ਦਾ ਜ਼ਿਮੀਂਦਾਰ ਨਾ ਬਦਲਾਅ ਲਈ ਤਿਆਰ ਹੈ। ਸਰਕਾਰੀ ਬਦਲਾਅ ਦੀ ਗੱਲ ਨਹੀਂ ਕਰਦਾ, ਮਤਲਬ ਕੁਦਰਤ ਨਾਲ ਇੱਕਮਿਕ ਹੋਣ ਲਈ ਜਾਂ ਖੇਤੀ ਦੀਆਂ ਨਵੀਆਂ ਤਕਨੀਕਾਂ ਦੇ ਲਈ ਪੰਜਾਬ ਦਾ ਜ਼ਿਮੀਂਦਾਰ ਤਿਆਰ ਆ, ਆਪਣਾ ਮਨ ਬਣਾਇਆ ਹੋਇਆ। ਪਰ ਜਿਹੜੀ ਅਸਲ ਦੇ ਵਿੱਚ ਹੱਲਾਸ਼ੇਰੀ ਦੇਣ ਵਾਲੀ ਗੱਲ ਹੈ, ਜਿਵੇਂ ਮੈਂ ਪਿਛਲੀ ਰਿਪੋਰਟ ਦੇ ਵਿੱਚ ਕਿਹਾ ਕਿ ਕੇਂਦਰ ਸਰਕਾਰ 1500 ਰੁਪਏ ਤੋਂ ਹੱਥ ਖੜੇ ਕਰ ਗਿਆ ਪਰਾਲੀ ਵਾਲੇ ਮਾਮਲੇ ਨੂੰ ਲੈ ਕੇ। ਕੇਂਦਰ ਨੇ 1500 ਤੋਂ ਹੱਥ ਖੜੇ ਕਰਤੇ, ਸੂਬੇ ਨੇ ਕਹਿ ਦੇਣਾ ਕਿ ਜੇ ਕੇਂਦਰ 1500 ਨਹੀਂ ਦਿੰਦਾ ਅਸੀਂ ਵੀ 1000 ਆਪਣੇ ਪੱਲਿਓਂ ਕਿਉਂ ਪਾਈਏ। ਜ਼ਿਮੀਂਦਾਰ ਨੇ ਫਿਰ ਉੱਥੇ ਹੀ ਰਹਿਣਾ, ਫਿਰ ਆਹੀ ਝੋਨਾ ਆਊਗਾ, ਫਿਰ ਇਹ ਝੋਨੇ ਦੀ ਪਰਾਲੀ ਦਾ ਮਾਮਲਾ ਚੱਲੂਗਾ, ਫਿਰ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ ਰਿਟਾਂ ਪੈਣਗੀਆਂ, ਫਿਰ ਕਿਸੇ ਮਾਣਯੋਗ ਜੱਜ ਨੂੰ ਕਹਿਣਾ ਪਏਗਾ ਕਿ ਦਿੱਲੀ ਦੇ ਵਿੱਚ ਸਾਹ ਲੈਣਾ ਔਖਾ ਹੋਇਆ ਹੋਇਆ, ਦਿੱਲੀ ਦੇ ਵਿੱਚ ਵਾਤਾਵਰਨ ਐਮਰਜੈਂਸੀ ਲੱਗੀ ਹੋਈ ਹੈ। ਸੋ ਸਮਝਣ ਦੀ ਗੱਲ ਹੈ, ਇੱਕ ਪਾਸਾ ਕੁਝ ਨਹੀਂ ਕਰ ਸਕਦਾ, ਸਾਰੇ ਪਾਸਿਆਂ ਨੂੰ ਇਕੱਠੇ ਹੋ ਕੇ ਫਿਰ ਇਸ ਚੀਜ਼ ਦੇ ਹੱਲ ਲਈ ਵਧਣਾ ਪਊਗਾ, ਨਹੀਂ ਤਾਂ ਫਿਰ ਖੁਦਕੁਸ਼ੀਆਂ ਪੰਜਾਬ ਦੇ ਵਿੱਚੋਂ ਖਤਮ ਨਹੀਂ ਹੋਣੀਆਂ। ਇਹ ਗੱਲ ਮੰਨ ਕੇ ਚੱਲੋ ਤੁਸੀਂ ਜੀ। ਤੇ ਹੁਣ ਅਸੀਂ ਲਾਸਟ ਦੇ ਵਿੱਚ ਇਹੀ ਬੇਨਤੀ ਕਰਦੇ ਹਾਂ ਜੀ ਵੀ ਦੇਖੋ, ਆਪਾਂ ਨੇ ਆਪ ਦੀ ਸਰਕਾਰ ਚੁਣੀ ਆ, ਉਹਨਾਂ ਨੂੰ ਲੈ ਕੇ ਆਏ ਆ। ਪਿੱਛੇ ਸਾਡੀਆਂ ਕਣਕਾਂ ਖਰਾਬ ਹੋ ਗਈਆਂ, ਤੇ ਕਣਕਾਂ ਦੀ ਤਾਂ ਚਲੋ ਜੋ ਗਿਰਦਾਵਰੀ ਹੋਈ ਆ ਉਹ ਠੀਕ ਆ,
ਜੋ ਵੀ ਉਹ ਉਹਦਾ ਮੁਆਵਜ਼ਾ ਮਿਲ ਗਿਆ ਕਣਕ ਵਾਲਾ? ਨਹੀਂ ਉਹਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਹਲੇ, ਉਹ ਤੋਂ ਪਿੱਛੇ ਵਾਲੇ ਵੀ ਲਟਕੇ ਪਏ ਆ ਜੀ, ਕੁਝ ਪਰਸੈਂਟ ਜਿਹੜੇ ਉਹ ਤੋਂ ਪਹਿਲਾਂ ਹੋਈ ਸੀਗੀ 2 ਸਾਲ ਪਹਿਲਾਂ। ਤੇ ਅਸੀਂ ਹੁਣ ਇਹੀ ਕਹਿੰਦੇ ਆ ਵੀ ਸਾਡੀ ਜਿਹੜੀ ਕਣਕ ਮਰੀ ਆ ਉਹਦਾ ਮੁਆਵਜ਼ਾ, ਤੇ ਬਾਕੀ ਹੁਣ ਨਵੇਂ ਸਿਰੇ ਤੋਂ ਸਾਡੀਆਂ ਜੀਰੀਆਂ ਦੀ ਗਰਦਾਵਰੀ ਕਰੀ ਜਾਵੇ, ਜੋ ਸਾਡਾ ਬਣਦਾ ਮੁਆਵਜ਼ਾ ਉਹ ਸਾਨੂੰ ਸਰਕਾਰ ਦੇਵੇ। ਠੀਕ ਹੈ ਨਾ ਜੀ, ਜੋ ਅਸੀਂ ਖਰਚ ਕਰੀ ਬੈਠੇ ਆ, ਸਾਡੀ ਫਸਲ ਬਿਲਕੁਲ ਵੀ ਪੱਲੇ ਨਹੀਂ ਪੈਣ ਵਾਲੀ, ਕੋਈ 5 ਕੁਇੰਟਲ ਵੀ ਪੱਲੇ ਨਹੀਂ ਪੈਣ ਵਾਲੀ। ਇਹ ਚੋਂ ਤਾਂ ਬਾਈ ਜੀ 5 ਕਹਿੰਦੇ ਹੋ, 8 ਕਿੱਲਿਆਂ ਚੋਂ ਮੈਂ ਗਾਰੰਟੀ ਦਿੰਦਾ ਵੀ ਜੇ ਕਿਤੇ ਤੁਹਾਨੂੰ 2 ਕੁਇੰਟਲ ਵੀ ਨਿਕਲੇ, ਹੁਣ ਜਿਹੜੇ ਹਿਸਾਬ ਨਾਲ ਮੈਂ ਕੈਮਰਾ ਸਹਿਯੋਗੀ ਨੂੰ ਕਹਾਂਗਾ ਹਰਪਾਲ ਨੂੰ ਵਿਖਾਓ, ਇੱਥੋਂ ਕੱਖ ਵੀ ਪੱਲੇ ਨਹੀਂ ਪੈਣਾ ਹੈਗਾ। ਸਗੋਂ ਤੇਲ ਵੀ ਇਹਨਾਂ ਦੇ ਪੱਲਿਓਂ ਮੱਚਣ ਵਾਲੀ ਗੱਲ ਹੈ, ਜਿਹੜਾ ਡੀਜ਼ਲ ਫੂਕਣਗੇ ਇਹ ਲੇਬਰ ਦੇ ਉੱਤੇ, ਇਹ ਵੀ ਇਹਨਾਂ ਦੀ ਜੇਬ ਦੇ ਵਿੱਚੋਂ ਜਾਣ ਵਾਲੀ ਗੱਲ ਹੈ। ਇਹ 8 ਕਿੱਲਿਆਂ ਦੇ ਵਿੱਚੋਂ ਜੇ 2 ਕੁਇੰਟਲ ਵੀ ਪੱਲੇ ਪੈ ਜਾਣ ਤਾਂ ਦੱਸ ਦਿਓ, ਨਹੀਂ ਪੈਣੇ ਹੈਗੇ। ਸੋ ਐਦਾਂ ਜੱਟ ਦੀ ਜੂਨ ਬੁਰੀ ਆ। ਇੱਕ ਵਾਰੀ ਸਾਰੇ ਖੇਤਾਂ ਦੇ ਉੱਤੇ ਕੈਮਰੇ ਦੀ ਨਜ਼ਰ ਮਰਾ ਦਿਓ, ਤੁਹਾਨੂੰ ਇਹ ਜਿਹੜੀਆਂ ਫਸਲਾਂ ਨੇ ਇਹ ਤੁਹਾਨੂੰ ਇੱਥੇ ਬਰਬਾਦ ਹੋਈਆਂ ਨਜ਼ਰ ਆਉਣਗੀਆਂ। ਕੀ ਕਹਿਣਾ ਮਨਦੀਪ? ਦੇਖੋ ਜੀ, ਗੱਲ ਇਹ ਆ, ਫਸਲ ਤਾਂ ਦੇਖੋ ਹੁਣ ਬਰਬਾਦ ਹੋ ਗਈ, ਇਹਦਾ ਹੋਣਾ ਤਾਂ ਹੁਣ ਕੱਖ ਨਹੀਂ, ਅਸੀਂ ਨੇ ਜ਼ੋਰ ਲਾ ਲਿਆ। ਬਾਕੀ ਸਾਡੀ ਤਾਂ ਵਾਹ ਹੁਣ ਸਰਕਾਰਾਂ ਵੱਲੇ ਆ ਵੀ ਉਹ ਸਾਨੂੰ ਇਹਦਾ ਮੁਆਵਜ਼ਾ ਜਿਹੜਾ ਸਾਡਾ ਬਣਦਾ ਹੈ, ਜੋ ਵੀ ਸਾਡਾ ਖਰਚ ਹੋਇਆ ਉਹ ਸਾਨੂੰ ਸਾਰਾ ਮਿਲਣਾ ਚਾਹੀਦਾ। ਤੇ ਬਾਕੀ ਜਿਹੜਾ ਅਸੀਂ ਮਤਲਬ ਜਿੰਨਾ ਠੇਕਾ ਭਰਿਆ ਅੱਧਾ ਠੇਕਾ ਸਾਨੂੰ ਉਹ ਦੇ ਦੇਣਾ। ਤੇ ਬਾਕੀ ਅੱਗੇ ਦੀ ਅਸੀਂ ਹੁਣ ਕਣਕ ਦੇਖਾਂਗੇ, ਬੀਜਾਂਗੇ। ਦੇਖੋ ਜੇ ਕੋਈ ਖਤਰਾ ਨਾ ਆਇਆ ਤੇ ਸਿਰੇ ਚੜ੍ਹਦੀ ਆ ਤਾਂ ਠੀਕ ਆ, ਨਹੀਂ ਤਾਂ ਫੇਰ ਸਾਡੇ ਤਾਂ ਹੱਥ ਖੜੇ ਆ ਜੀ। ਖਤਰਾ ਮੈਂ ਦਿਖਾਣਾ ਜੀ, ਆਹ ਦੇਖੋ ਪਿੱਛੇ ਕੈਮਰਾਮੈਨ ਨੂੰ ਕਹਿੰਦਾ ਮੈਂ ਦਿਖਾਓ, ਆਹ ਫਸਲ ਦੇਖੋ, ਆਹ ਖੇਤ ਇਨਫੈਕਟਡ ਹੈ, ਇਹਦੇ ਲਾਗ ਵਾਲਾ ਖੇਤ ਲਾਗ ਤੇ ਬੁਰੀ ਤਰ੍ਹਾਂ ਇਨਫੈਕਟਡ ਹੋ ਚੁੱਕਿਆ। ਤੇ ਉਹ ਫਸਲ ਦੇਖ ਲਓ, ਉਹ ਖੜੀ ਹੈ ਸਹੀ, ਪਰਲੇ ਇਸੀ ਕਿੱਲੇ ਦੇ ਪਰਲੇ ਪਾਸੇ ਵਾਲੀ ਫਸਲ ਠੀਕ ਖੜੀ ਹੈ, ਉਹਦਾ ਵੀ ਥੋੜਾ ਹਿੱਸਾ ਆਇਆ ਹੋਇਆ ਫਿਰ ਵੀ ਇਨਫੈਕਟਡ। ਜਿਹੜਾ ਨੇੜੇ ਆ ਨਾ, ਮਤਲਬ ਜਿਹੜਾ ਖੇਤ ਜਿੱਥੇ ਖਰਾਬ ਹੋ ਗਿਆ ਉਹਦੇ ਨਾਲ ਵਾਲੀ ਜਿਹੜੀ ਪੱਟੀ ਪੈਂਦੀ ਹੈ ਨਾ, ਉਹ ਪੱਟੀ ਇਨਫੈਕਟਡ ਹੋ ਰਹੀ ਹੈ। ਇਹ ਅੱਗੇ ਤੋਂ ਅੱਗੇ ਇੱਕ ਖੇਤ ਤੋਂ ਦੂਜੇ ਖੇਤ ਦੇ ਵਿੱਚ ਇਹ ਬਿਮਾਰੀ ਵੱਧ ਰਹੀ ਹੈ। ਯੂਨੀਵਰਸਿਟੀ ਕੋਲੇ ਹਾਲੇ ਤੱਕ ਸਿਰਫ ਇਹ ਗੱਲ ਕਹਿਣ ਤੋਂ ਬਿਨਾ ਕੋਈ ਹੱਲ ਨਹੀਂ ਹੈ ਕਿ ਚਾਈਨਾ ਵਾਇਰਸ ਆਇਆ। ਐਦਾਂ ਹੀ ਲੰਪੀ ਸਕਿਨ ਜਿਹੜੀਆਂ ਗਾਵਾਂ ਮਰ ਰਹੀਆਂ ਨੇ ਨਾ, ਗਾਵਾਂ ਦਾ ਹਾਲ ਬਹੁਤ ਭੈੜਾ ਹੈ, ਵੇਖੀਆਂ ਨਹੀਂ ਜਾ ਰਹੀਆਂ। ਪਸ਼ੂ ਕਿਉਂਕਿ ਬੇਜ਼ਬਾਨ ਨੇ, ਪਰ ਸਾਡੀਆਂ ਸਰਕਾਰਾਂ ਇਹ ਪਹਿਲਾਂ ਮੱਧ ਪ੍ਰਦੇਸ਼ ਤੋਂ ਚੱਲਿਆ ਹੋਇਆ ਲੰਪੀ ਸਕਿਨ ਦਾ ਵਾਇਰਸ, ਫਿਰ ਵਾਇਆ ਰਾਜਸਥਾਨ ਹੁੰਦਾ ਹੋਇਆ ਫਾਜ਼ਿਲਕਾ ਵਾਲੇ ਇਲਾਕੇ ਦੇ ਵਿੱਚੋਂ ਪੰਜਾਬ ਦੇ ਵਿੱਚ ਐਂਟਰ ਹੋਇਆ ਸੀਗਾ। ਇਹ ਅੱਜ ਦਾ ਨਹੀਂ ਚੱਲਿਆ ਹੋਇਆ, ਕਿਉਂਕਿ ਸਾਡੇ ਕੋਲ ਜਿਹੜੀਆਂ ਰਿਪੋਰਟਾਂ ਪਿਛਲੇ 2-2.5 ਮਹੀਨੇ ਤੋਂ ਆਉਣੇ ਸ਼ੁਰੂ ਹੋਈਆਂ ਹਬੋਰ ਫਾਜ਼ਿਲਕਾ ਵਾਲੇ ਇਲਾਕੇ ਚੋਂ, ਇਹ ਪਿਛਲੇ 1 ਸਾਲ ਤੋਂ ਲੰਪੀ ਸਕਿਨ ਚੱਲ ਰਹੀ ਸੀ। ਜੇ ਸਰਕਾਰਾਂ ਉਦੋਂ ਹੀ ਕੰਨ ਧਰ ਲੈਂਦੀਆਂ, ਉਦੋਂ ਹੀ ਗੌਰ ਕਰ ਲੈਂਦੀਆਂ, ਤਾਂ ਇਹ ਪਸ਼ੂ ਧਨ ਦਾ ਜਿਹੜਾ ਨੁਕਸਾਨ ਹੋ ਰਿਹਾ, ਇੱਕ ਜਾਨਵਰ ਜਾਂ ਇੱਕ ਦੁਧਾਰੂ ਪਸ਼ੂ ਦਾ ਮਰਨਾ ਸਿਰਫ ਪਸ਼ੂ ਦਾ ਮਰਨਾ ਨਹੀਂ ਹੁੰਦਾ, ਉਸ ਦੇ ਨਾਲ ਅੱਗੇ ਕਿੰਨੇ ਪਰਿਵਾਰ ਜੁੜੇ ਹੁੰਦੇ ਆ, ਅੱਗੇ ਦੁੱਧ ਦਾ ਕਾਰੋਬਾਰ ਜੁੜਿਆ ਹੁੰਦਾ। ਇਹ ਬਹੁਤ ਗੰਭੀਰ ਗੱਲਾਂ ਨੇ, ਇਹ ਸਮਝਣ ਦੀਆਂ ਗੱਲਾਂ ਨੇ। ਸੋ ਹਾਂਜੀ, ਇਹ ਤਾਂ ਬਹੁਤ ਧੰਨਵਾਦ ਕਰਦੇ ਹਾਂ ਮੀਡੀਆ ਦਾ, ਕਿਹਨੇ ਸਾਡੀ ਆ ਕੇ ਸਾਰ ਲਈ ਹੈ। ਅਸੀਂ ਮੀਡੀਆ ਦੇ ਰਾਹੀਂ ਕਹਿ ਰਹੇ ਹਾਂ ਵੀ ਸਾਡੀ ਇਹਦੀ ਗਰਦੌਰੀ ਹੋਣੀ ਚਾਹੀਦੀ ਹੈ, ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ। ਸਾਡੀ ਆਹੀ ਬੇਨਤੀ ਹੈ, ਸਰਕਾਰ ਨੂੰ ਵੀ ਬੇਨਤੀ ਹੈ, ਖੇਤੀਬਾੜੀ ਨੂੰ ਆਹੀ ਸਾਡੀ ਬੇਨਤੀ ਹੈ ਵੀ ਸਾਡੀ ਫਰਿਆਦ ਸੁਣੀ ਜਾਵੇ। ਇੰਨੀ ਕੁ ਅਸੀਂ ਬੇਨਤੀ ਕਰ ਸਕਦੇ ਹਾਂ। ਇੱਕ ਵਾਰੀ ਫਿਰ ਤੋਂ ਤੁਹਾਨੂੰ ਆਪਣੇ ਕੈਮਰੇ ਦੀ ਨਜ਼ਰ ਦੇ ਨਾਲ ਦਿਖਾ ਦਿੰਦੇ ਹਾਂ ਕਿ ਇਹ ਜਿਹੜੀ ਫਸਲ ਹੈ ਨਾ, ਜਦੋਂ ਅਨਾਜ ਦੇ ਰੂਪ ਦੇ ਵਿੱਚ ਸਾਡੇ ਘਰਾਂ, ਸਾਡੀਆਂ ਰਸੋਈਆਂ, ਸਾਡੀਆਂ ਪਲੇਟਾਂ ਦੇ ਵਿੱਚ ਆਉਂਦੀ ਹੈ, ਉਦੋਂ ਸਾਨੂੰ ਇਹ ਬਿਲਕੁਲ ਅਲੱਗ ਸੋਹਣੀ ਤੇ ਵਧੀਆ ਲੱਗ ਰਹੀ ਹੁੰਦੀ ਹੈ। ਪਰ ਇਸ ਫਸਲ ਨੂੰ ਬੀਜਣ ਤੋਂ ਲੈ ਕੇ ਸਾਂਭ ਸੰਭਾਲ ਤੋਂ ਲੈ ਕੇ ਇਸ ਦੀ ਕਟਾਈ ਤੱਕ, ਕਟਾਈ ਤੋਂ ਲੈ ਕੇ ਮੰਡੀਕਰਨ ਹੋਣ ਤੱਕ, ਮੰਡੀਕਰਨ ਤੋਂ ਬਾਅਦ ਪੈਕਿੰਗ ਹੋ ਕੇ ਸਾਡੇ ਘਰਾਂ ਦੇ ਜਾਂ ਸਾਡੀਆਂ ਮੇਜ਼ਾਂ ਦੇ ਜਾਂ ਸਾਡੀਆਂ ਰਸੋਈਆਂ ਦਾ ਜਦੋਂ ਇਹ ਫਸਲਾਂ ਸ਼ਿੰਗਾਰ ਬਣਦੀਆਂ ਨੇ, ਉਦੋਂ ਤੱਕ ਦੇ ਬਹੁਤ ਲੰਬੇ ਪ੍ਰੋਸੈਸ ਨੇ। ਔਰ ਉਸ ਪ੍ਰੋਸੈਸ ਦੇ ਵਿੱਚ ਪੰਜਾਬ ਦੀ ਕਿਰਸਾਨੀ, ਪੰਜਾਬ ਦੀ ਮਜ਼ਦੂਰੀ ਲਗਾਤਾਰ ਪਿਸ ਰਹੀ ਹੈ। ਜੱਟ ਦੀ ਜੂਨ ਬੁਰੀ ਇਸ ਭਾਗ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਕਿਸੇ ਹੋਰ ਖੇਤ ਦੇ ਵਿੱਚ ਜਾ ਕੇ ਤੁਹਾਨੂੰ ਵਿਖਾਵਾਂਗੇ ਕਿ ਜੱਟ ਦੀ ਜੂਨ ਕਿਉਂ ਬੁਰੀ ਹੈ ਤੇ ਇਸ ਦੀ ਹਾਲਤ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ ਹੈ, ਸਰਕਾਰਾਂ ਕੀ ਕਰ ਸਕਦੀਆਂ ਨੇ ਔਰ ਜ਼ਿਮੀਂਦਾਰ ਆਪਣੀ ਹਾਲਤ ਸੁਧਾਰਨ ਵਾਸਤੇ ਕੀ ਕਰ ਸਕਦਾ ਹੈ। ਆਪਣੇ ਕੈਮਰਾ ਸਹਿਯੋਗੀ ਹਰਪਾਲ ਸਿੰਘ ਦੇ ਨਾਲ ਪਿੰਡ ਬਸੰਤਪੁਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਪ੍ਰਿੰਸ ਭਾਰਦਵਾਜ, ਔਨ ਏਅਰ।